ਸਭ ਤੋਂ ਪਹਿਲਾਂ ਤਾਂ ਸ਼ੁਰੂ ਤੋਂ ਹੀ ਜੇ ਦੇਖਿਆ ਜਾਵੇ, ਜਦੋਂ ਇਹ ਕਤਲੇਆਮ ਹੋਇਆ ਤੇ ਉਦੋਂ ਕੇਸ ਹੀ ਰਜਿਸਟਰ ਨਹੀਂ ਕੀਤੇ ਗਏ। 1 ਨਵੰਬਰ ਨੂੰ ਇਹਨਾਂ ਨੇ ਜਾ ਕੇ ਸੇਮ ਵਰਡਿੰਗ ਦੀ FIR ਸਾਰੀ ਦਿੱਲੀ 'ਚ कि इंदिरा गांधी प्राइम मिनिस्टर को 2 सिख बॉडीगार्डों ने गोली मार दी, लोगों को गुस्सा आया और जहाँ लोगों के कुछ दंगे हुए, सारी दिल्ली च इक्को इसे तरह की FIR रजिस्टर की। कोई उहदे च कतल का जिक्र नहीं, कोई उहदे च घर चलाउण दा जिक्र नहीं, कोई उहदे च प्रॉपर्टियां लुट्टण का जिक्र नहीं, कोई नहीं बिल्कुल। तो इत्थों तक कि जिहड़ा सज्जन कुमार वाला केस आ, ਜਿਹਦੇ ਵਿੱਚ ਹੁਣ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਉਸ ਕੇਸ ਦੇ ਵਿੱਚ ਵੀ ਇਹਨਾਂ ਨੇ 5 ਦਿਨ ਦਾ ਰੋਜ਼ਨਾਮਚਾ ਸੀ ਮੰਗਾਇਆ, 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਦਾ। ਉਹ ਰੋਜ਼ਨਾਮਚੇ ਦੇ ਵਿੱਚ ਲਗਾਤਾਰ ਰੋਜ਼ ਸ਼ਾਮ ਨੂੰ ਲਿਖਿਆ ਹੁੰਦਾ ਸੀ, ਕੋਈ ਮਤਲਬ ਕਿ ਕਾਬਲੇ ਰਜਿਸਟ੍ਰੇਸ਼ਨ, ਕੋਈ ਕਾਬਲੇ ਰਿਪੋਰਟਿੰਗ, ਕੋਈ offense ਹੀ ਨਹੀਂ, ਮਤਲਬ ਕਿ ਕੁਛ ਵੀ ਨਹੀਂ ਹੋਇਆ ਉਹ ਇਲਾਕੇ ਵਿੱਚ। ਤੇ 4 ਦਿਨ ਦਾ ਉਹ ਰੋਜ਼ਨਾਮਚਾ, ਜਦੋਂ ਕਿ ਜੋ ਉਸ ਤੋਂ ਬਾਅਦ ਕਮੇਟੀਆਂ ਬਣਾਈਆਂ, ਕਮਿਸ਼ਨ ਬਣਾਏ, ਉਹ ਕਮਿਸ਼ਨ ਨਾਨਾਵਤੀ ਕਮਿਸ਼ਨ ਨੇ ਖੁਦ ਲਿਖਿਆ ਕਿ ਉਹਦੇ ਉਸ ਇਲਾਕੇ ਵਿੱਚ 340 ਲੋਕਾਂ ਦੀ ਮੌਤ ਹੋਈ ਇਹਨਾਂ 4 ਦਿਨਾਂ 'ਚ। ਉਸ ਇਲਾਕੇ ਦੇ ਵਿੱਚ 400 ਤੋਂ ਵੱਧ ਘਰ ਚਲਾਏ ਤੇ ਵਹੀਕਲ ਚਲਾਏ, ਪਰ ਉੱਥੇ ਲਿਖਿਆ ਵਾ ਕਿ ਕੋਈ ਕਿਸੇ ਨੇ ਕੁਛ ਕੀਤਾ ਹੀ ਨਹੀਂ। ਇਹ ਸਾਰੇ ਇਲਾਕਿਆਂ ਵਿੱਚ ਇਹਨਾਂ ਨੇ ਇਸੇ ਤਰ੍ਹਾਂ ਕੀਤਾ, ਕੇਸ ਰਜਿਸਟਰ ਨਹੀਂ ਕੀਤੇ। ਜਦੋਂ ਫਿਰ ਮਿਸ਼ਰਾ ਕਮਿਸ਼ਨ ਅਪੁਆਇੰਟ ਹੋਇਆ 1985 ਵਿੱਚ, ਤਾਂ ਮਿਸ਼ਰਾ ਕਮਿਸ਼ਨ ਦੇ ਅੱਗੇ ਅਸੀਂ ਬੜਾ ਐਵੀਡੈਂਸ ਬਹੁਤ ਰੱਖਿਆ ਤੇ ਮਿਸ਼ਰਾ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਨੇ ਕੇਸ ਰਜਿਸਟਰ ਹੀ ਨਹੀਂ ਕੀਤੇ। ਤਾਂ ਮਿਸ਼ਰਾ ਨੇ ਆਪਣੀ ਰਿਪੋਰਟ ਵਿੱਚ, ਜੋ 1987 ਫਰਵਰੀ 'ਚ ਉਹਨੇ ਰਿਪੋਰਟ ਦਿੱਤੀ, ਰਿਪੋਰਟ ਦੇ ਵਿੱਚ ਉਸਨੇ ਲਿਖਿਆ ਕਿ ਕੇਸ ਰਜਿਸਟਰ ਹੀ ਨਹੀਂ ਕੀਤੇ ਗਏ, ਤਾਂ ਇੱਕ ਹੋਰ ਕਮੇਟੀ ਬਣਾਈ ਜਾਵੇ, ਜਿਹੜੀ ਕਮੇਟੀ ਇਹਨਾਂ ਕੇਸਾਂ ਦੇ ਵਿੱਚ ਉਹਨੂੰ ਰਜਿਸਟਰ ਕਰਨ ਦੇ ਵਾਸਤੇ ਰਿਕਮੈਂਡੇਸ਼ਨ ਦੇਵੇ। फिर उस तो बाद एक जैन बनर्जी कमेटी बनाती, फिर उस तो बाद जैन अग्रवाल कमेटी बनाती, पोटी रोशा कमेटी बनाती। उन्होंने कमेटियां ने जेड़े केस रजिस्टर करने वाले कहा, 1990 91 92 तक बल्कि चलते गए। वो केस भी उस तो बाद पहले तो रजिस्टर नहीं किए, जे रजिस्टर किए उहदे च गवाहां नूं एग्जामिन ही नहीं किया, जेड़े विक्टिम आ उन्होंने नहीं एग्जामिन किया, उत्थे आप ही बैठ के रिपोर्टां लिख लियां कि कोई अवेलेबल नहीं, ट्रेस नहीं करता। जिन्हों ने आके उत्थे बयान देते, हुण एक सज्जन कुमार के खिलाफ केस सी, निगलोई का केस सीगा, उहदे विच उहने बयान दिता, एक विडो ने, उन्हें जो बयान दिता कि जी सज्जन कुमार मॉब नूं लीड कर रहा सी, उन्होंने दूजी हारी फिर बुला लिया, दूजी हारी फिर उन्हें कहा जी सज्जन कुमार लीड कर रहा सी, उन्होंने तीजी हारी फिर बुला लिया, तीजी हारी फिर उन्हें कहा जी सज्जन कुमार मॉब नूं लीड कर रहा सी। सज्जन कुमार नूं पुछया तक नहीं, ये उन्होंने 3-4 बारी उन्होंने बुला के बाद दे विच कहंदे इसके बयान में कंट्राडिक्शन है। थोड़ी मोटी तो फर्क पै जाता। सज्जन कुमार लगातार कह रही सी, इन्होंने कहता जी केस क्लोज कर दो, जो कहता केस क्लोज कर दो, तो वह जो PP को गया, पब्लिक प्रोसीक्यूटर ने कहा कि बिल्कुल क्लोज नहीं होना चाहिए, तो चार्जशीट फाइल होनी चाहिए है। ਉਹਦੇ 'ਚ ਚਾਰਜਸ਼ੀਟ ਤਿਆਰ ਕਰਕੇ ਕਿਸੇ ਹੋਰ ਫਾਈਲ ਦੇ ਨਾਲ ਬੰਨ੍ਹ ਕੇ, ਇਹ 1992 ਦੀ ਗੱਲ ਆ, ਕਿਸੇ ਹੋਰ ਫਾਈਲ ਨਾਲ ਬੰਨ੍ਹ ਕੇ ਰੱਖਤੀ, ਕੋਰਟ ਵਿੱਚ ਫਾਈਲ ਹੀ ਨਹੀਂ ਕੀਤੀ, ਔਰ ਉਹ ਦੂਜੀ ਫਾਈਲ ਨੂੰ ਕੋਰਟ ਵਿੱਚ ਭੇਜਤਾ। ਇਹ ਜਾ ਕੇ 2009 ਦੇ ਵਿੱਚ ਜਾ ਕੇ ਪਤਾ ਚੱਲਿਆ ਕਿ ਉਹ ਚਾਰਜਸ਼ੀਟ ਤਾਂ ਇਹਦੇ ਨਾਲ ਦੂਜੀ ਫਾਈਲ ਨਾਲ ਬੰਨੀ ਹੋਈ ਹੈ। ਮਤਲਬ ਕਿ ਇਸ ਤਰ੍ਹਾਂ ਤੇ ਇਹਨਾਂ ਨੇ ਹੱਲ ਕੀਤਾ। ਉਸ ਤੋਂ ਮਗਰੋਂ ਜਾ ਕੇ ਜੇ सारा कि जेकर देखा जाके वो नानावती कमिशन ने सन 2000 एविडेंस आया, उसने देखा तो केस ही रजिस्टर नहीं हुई, पर उसने कहा मैं हम सारे केस तो हुण इस टाइम, उदों तक ऑलरेडी तकरीबन 20 साल हो चुके सी, उन्हें कहा कि मैं हुण सारे केस रजिस्टर करने बारे तो कह नहीं सकता, पर जिहड़े जिहड़े मास्टर माइंड ने उन्हां दे खिलाफ मैं केस रजिस्टर करने बारे रिकमेंड करदा। तो उदों फिर सज्जन कुमार के खिलाफ केस ਤੇ ਟਾਈਟਲਰ ਦੇ ਖਿਲਾਫ ਕੇਸ ਉਦੋਂ ਸ਼ੁਰੂ ਹੋਏ ਜਦੋਂ ਨਾਨਾਵਤੀ ਕਮਿਸ਼ਨ ਨੇ ਰਿਕਮੈਂਡ ਕੀਤਾ। ਉਸ ਤੋਂ ਮਗਰੋਂ ਫਿਰ ਸੁਪਰੀਮ ਕੋਰਟ ਨੇ ਨਵੀਂ SIT ਬਣਾਈ। ਫਿਰ ਉਸ ਤੋਂ ਬਾਅਦ 2014 'ਚ ਜੋ BJP ਸਰਕਾਰ ਆਈ, ਕਤਲੇਆਮ ਕੀਤਾ, ਉਦੋਂ ਉਸ ਟਾਈਮ ਜੋ ਕਾਂਗਰਸੀ ਸਰਕਾਰ ਸੀ, ਉਹ ਸਰਕਾਰ ਨੇ ਖੁਦ ਹੀ ਕਰਾਇਆ, ਔਰ ਇੰਟੈਲੀਜੈਂਸੀਆਂ ਏਜੰਸੀਆਂ ਜਿਹੜੀਆਂ ਵਿੱਚ ਇਨਵੋਲਵ ਸੀ, ਪਲਾਨ ਸਾਰੀ ਉਹਨਾਂ ਨੇ ਕੀਤੀ ਸੀ।
ਪੁਲਿਸ ਉਹਨਾਂ ਦੇ ਨਾਲ ਸੀ। ਉਸ ਤੋਂ ਮਗਰੋਂ ਉਹੀਓ ਪੁਲਿਸ ਆ ਜਿਹੜੇ ਉੱਥੇ ਰਹੇ, ਉਹੀ ਪੁਲਿਸ ਅਫਸਰ ਉੱਥੇ ਰਹੇ, ਉਹੀ ਜਿਹੜੇ ਬੰਦੇ ਕਤਲੇਆਮ ਕਰਨ ਵਾਲੇ ਸੀ ਉਹਨਾਂ ਨੂੰ ਉੱਚੀਆਂ ਉੱਚੀਆਂ ਪਦਵੀਆਂ ਦਿੱਤੀਆਂ, ਉਹਨਾਂ ਨੂੰ ਪ੍ਰਮੋਸ਼ਨ ਦੇ ਕੇ ਮਿਨਿਸਟਰ ਬਣਾਇਆ। ਅਤੇ ਉਸ ਤੋਂ ਬਾਅਦ ਕੇਸ ਰਜਿਸਟਰ ਕਿਹਨੇ ਕਰਨੇ ਸੀ, ਇਨਸਾਫ ਕਿਹਨੇ ਦੇਣਾ ਸੀ? ਜੋ ਕਾਤਲ ਆ ਉਹ ਤਾਂ ਖੁਦ ਉੱਥੇ ਪੋਜੀਸ਼ਨ 'ਚ, ਪਾਵਰ ਦੀ ਪੋਜੀਸ਼ਨ 'ਚ ਬੈਠੇ ਆ। ਉਹਨਾਂ ਤਾਂ ਪੂਰਾ ਵਾਹ ਲਾਇਆ ਕਿ ਇੱਥੇ ਸਾਰੇ 'ਤੇ ਪੋਚਾ ਫਿਰ ਦਿਓ, ਕੁਛ ਵੀ ਨਾ ਕਰੋ, ਬਸ ਅਬ ਜੋ ਹੋ ਗਿਆ ਸੋ ਹੋ ਗਿਆ, भूल जाओ। यही एटीट्यूड उनका लगातार रहा। सर अगर बात करें लगातार जो है कहा इस केस में ये भी कहा जाता है कि जब बड़ा पेड़ हिलता है तो धरती हिलती है, ये जो मुहावरा है ये भी सामने आता है, इसका क्या मायने हैं? जो ये 19 नवंबर ਨੂੰ जो इंदिरा गांधी ਦੀ ਐਨਵਰਸਰੀ ਸੀ, ਰਾਜੀਵ ਗਾਂਧੀ ਨੇ ਉਦੋਂ ਇਸ ਦੀ ਬਜਾਏ, ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੀ ਪਹਿਲੀ ਪਬਲਿਕ ਸਟੇਟਮੈਂਟ ਸੀ, ਇਹਦੀ ਬਜਾਏ ਕਿ ਰਾਜੀਵ ਗਾਂਧੀ ਇਹ ਕਹਿੰਦਾ ਕਿ ਜੀ ਬਹੁਤ ਅਫਸੋਸ ਆ, ਇੰਨੇ ਹਜ਼ਾਰਾਂ ਸਾਡੇ ਨਾਗਰਿਕ ਦੇਸ਼ 'ਤੇ ਮਰ ਗਏ, ਉਹ ਕੁਛ ਵੀ ਕਹਿਣ ਦੀ ਬਜਾਏ ਉਹਨੇ ਪੂਰਾ ਜਸਟੀਫਾਈ ਕੀਤਾ। ਰਾਜੀਵ ਗਾਂਧੀ ਨੇ ਕਿਹਾ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਤੋਂ ਹਿਲਤੀ ਹੈ, ਬਲਕਿ ਪੂਰਾ ਜਸਟੀਫਾਈ ਕੀਤਾ ਕਿ ਜੇ ਹਜ਼ਾਰਾਂ ਸਿੱਖ ਮਰ ਗਏ ਤਾਂ ਇਹ ਤਾਂ ਹੋਣਾ ਹੀ ਸੀ, ਧਰਤੀ ਨੇ ਹਿੱਲਣਾ ਹੀ ਸੀ। ਪੂਰੀ ਤਰ੍ਹਾਂ ਉਹਨੇ ਜਸਟੀਫਾਈ ਕੀਤਾ। ਉਸ ਤੋਂ ਮਗਰੋਂ ਤਾਂ ਬਿਲਕੁਲ ਹੀ ਐਟੀਟਿਊਡ, ਜਿੰਨੀ ਵੀ ਐਡਮਿਨਿਸਟ੍ਰੇਸ਼ਨ ਦਾ ਐਟੀਟਿਊਡ ਸੀ, ਸਾਰਾ ਉਹੀ ਲੋਪਾ ਪਿੱਛੀ ਵਾਲਾ ਹੋ ਗਿਆ कि ਇਹ ਤਾਂ ਕੁਛ ਨਹੀਂ ਕਰਨ ਦੀ ਲੋੜ। अगर बात करें सर, लगातार सज्जन कुमार की बात करें, जेल के अंदर मौजूद है, जगदीश टाइटल की बात करें, लगातार कोर्ट में केस चल रहा है, और लगातार जो है और दूसरे लोगों पर की भी केस चल रहा है। क्या लगता है कि कभी जो सिख हैं, विडो कॉलोनी की बात करें तो वो इंसाफ की मांग जो है लगातार कर रहे हैं? ਇਹ ਗੱਲ ਇਕੱਲੀ ਵਿਡੋ ਕੌਲੋਨੀ ਦੀ ਨਹੀਂ, ਗੱਲ ਸਾਰੀ ਕੌਮ ਦੀ ਹੈ, ਸਾਰੇ ਪੀੜਤਾਂ ਦੀ ਹੈ। ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਔਰ ਦੇਸ਼ ਦਾ ਕਾਨੂੰਨ ਸਭ ਤੋਂ ਵੱਡੀ ਗੱਲ, ਦੇਸ਼ ਦੇ ਕਾਨੂੰਨ ਨੂੰ ਲਾਗੂ ਕਰਨਾ ਚਾਹੀਦਾ। ਹੁਣ ਸੱਜਣ ਕੁਮਾਰ ਨੂੰ 34 ਸਾਲ ਤੋਂ ਮਗਰੋਂ ਜਾ ਕੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਹ ਕੌਂਸਲਰ ਜਿਹੜਾ ਸੱਜਣ ਕੁਮਾਰ ਦਾ ਨਾਲ ਉਹਨੇ ਕਤਲੇਆਮ ਕੀਤਾ, ਉਹ ਕੌਂਸਲਰ ਬਲਵੰਤ ਖੋਖੜ ਨੂੰ ਜਾ ਕੇ 30 ਸਾਲ ਤੋਂ ਮਗਰੋਂ 2013 ਵਿੱਚ ਉਦੋਂ ਜਾ ਕੇ ਤਕਰੀਬਨ 29 ਸਾਲ ਤੋਂ ਮਗਰੋਂ ਜਾ ਕੇ ਉਸ ਨੂੰ ਸਜ਼ਾ ਹੋਈ ਹੈ। ਅਜੇ ਤੱਕ ਉਹ ਵੀ ਜੇਲ੍ਹ 'ਚ ਆ। ਅਤੇ ਇੱਕ MLA ਮਹਿੰਦਰ ਯਾਦਵ, ਉਹਨੂੰ ਵੀ ਜਾ ਕੇ 29 ਸਾਲ ਤੋਂ ਮਗਰੋਂ ਉਹਨੂੰ ਜਾ ਕੇ ਸਜ਼ਾ ਹੋਈ ਆ। ਹੁਣ ਆ ਜੇਲ੍ਹ ਦੇ ਵਿੱਚ ਹੀ ਉਹਦੀ ਡੈਥ ਹੋ ਗਈ, ਪਿਛਲੇ ਸਾਲ ਉਹ ਤਾਂ ਜੇਲ੍ਹ 'ਚ ਹੀ ਮਰ ਗਿਆ। ਟਾਈਟਲ ਦੇ ਅਗੇਂਸਟ ਜੋ ਕਤਲ ਦਾ ਮੁਕੱਦਮਾ ਹੀ ਚੱਲਿਆ, ਉਹ ਮੁਕੱਦਮਾ ਹੀ ਜਾ ਕੇ 39 ਸਾਲ ਬਾਅਦ ਚੱਲਿਆ, ਹੁਣ ਚੱਲਿਆ ਕਤਲ ਦਾ ਮੁਕੱਦਮਾ। ਇੰਨੀ ਦੇਰ ਹੋ ਗਈ ਸਾਨੂੰ, 3 ਵਾਰੀ ਇਹਨਾਂ ਨੇ ਕਲੀਨ ਚਿੱਟ ਦਿੱਤੀ, ਤਿੰਨੋਂ ਵਾਰੀ ਅਸੀਂ ਕੋਰਟ 'ਚੋਂ ਕਲੀਨ ਚਿੱਟ ਰਿਜੈਕਟ ਕਰਵਾਈ ਕੋਰਟ 'ਚੋਂ ਕਿ ਇਹਨਾਂ ਕਲੀਨ ਚਿੱਟ ਗਲਤ ਦਿੱਤੀ ਹੈ। ਅਖੀਰ 'ਤੇ ਜਾ ਕੇ ਹੁਣ ਚਾਰਜਸ਼ੀਟ ਫਾਈਲ ਹੋਈ ਹੈ। ਕਮਲਨਾਥ ਦੇ ਖਿਲਾਫ ਅਜੇ ਵੀ ਮੁਕੱਦਮਾ ਸ਼ੁਰੂ ਨਹੀਂ ਹੋਇਆ। ਕਮਲਨਾਥ ਗੁਰਦੁਆਰਾ ਰਕਾਬਗੰਜ ਸਾਹਿਬ, ਜੋ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ, ਉੱਥੇ ਉਹਨੇ ਮੌਬ ਨੂੰ ਲੀਡ ਕਰ ਰਿਹਾ ਸੀ, ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ, ਨਾਲੇ 2 ਸਿੱਖਾਂ ਨੂੰ ਜਿਉਂਦਾ ਜਲਾਤਾ। ਉਹ ਜਿਹੜਾ ਕਮਲਨਾਥ ਦਾ ਕੇਸ ਅਜੇ ਤੱਕ ਸ਼ੁਰੂ ਹੀ ਨਹੀਂ ਹੋਇਆ, ਅਜੇ ਤੱਕ। ਉਹ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਉਹਦੇ ਅਗੇਂਸਟ ਵੀ ਗਲਤ ਦਾ ਮੁਕੱਦਮਾ ਚਲਾਇਆ ਜਾਵੇ। ਇਹ ਤਾਂ ਬਿਲਕੁਲ ਸਹੀ ਹੈ। ਪਹਿਲੀ ਗੱਲ ਤਾਂ 3 ਸਾਲ ਤਾਂ ਇਹ ਨਹੀਂ ਸੀ ਪਤਾ, ਮਤਲਬ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਕਤਲੇਆਮ ਹੋਇਆ, ਇੱਥੇ ਉਹ ਨਾਗਰਿਕ ਮਾਰੇ ਗਏ ਆ, ਮਤਲਬ ਕਿ ਸਰਕਾਰ ਨੇ ਪਰਵਾਹ ਹੀ ਨਹੀਂ ਕੀਤੀ ਇਹ ਗਿਣਨ ਦੀ ਕਿ ਕਿੰਨੇ ਮਾਰੇ ਗਏ। 3 ਸਾਲ ਬਾਅਦ ਜਾ ਕੇ ਰਿਪੋਰਟ ਆਈ ਕਿ 2733। ਪਹਿਲਾਂ ਸਰਕਾਰ ਤਾਂ ਕਹਿ ਰਹੀ ਸੀ ਸਾਰੇ ਇੰਡੀਆ ਦੇ ਵਿੱਚ ਹੀ 600 ਮਾਰੇ ਗਏ ਆ, ਸਾਰੇ ਇੰਡੀਆ 'ਚ। ਮਤਲਬ ਕਿ ਜਿਵੇਂ ਕਿ ਇਹ ਸਿੱਖਾਂ ਦੀ ਕੋਈ ਵੈਲਿਊ ਹੀ ਨਹੀਂ, ਜਿਵੇਂ ਕੋਈ ਮਤਲਬ ਕਿ ਜਾਨਵਰਾਂ ਨੂੰ ਵੀ ਮਾਰਨ ਉਹਨਾਂ ਦੀ ਵੀ ਗਿਣਤੀ ਹੁੰਦੀ ਹੈ। ਇਹ ਕੀੜੇ ਮਕੌੜੇ ਵਾਂਗੂ ਇਹ ਤਾਂ ਹਾਲ ਸੀ। 3 ਸਾਲ ਜਾ ਕੇ 1987 ਦੇ ਵਿੱਚ ਜਾ ਕੇ ਰਿਪੋਰਟ ਆਈ ਹੈ ਦਿੱਲੀ ਦੀ। ਆਲ ਇੰਡੀਆ ਦੀ ਜਾ ਕੇ ਜਿਹੜੀ ਫਿਗਰ, ਉਹ 20 ਸਾਲ ਬਾਅਦ ਜਾ ਕੇ ਇਹਨਾਂ ਨੇ ਇਕੱਠੀ ਕੀਤੇ ਆ। ਮਤਲਬ ਕਿ ਪਤਾ ਹੀ ਨਹੀਂ ਇਹਨਾਂ ਨੇ ਕਿ ਕਿੰਨੇ ਮਾਰੇ ਗਏ ਅਤੇ ਮੁਕੱਦਮੇ ਕਾਹਦੇ ਚਲਾਉਣੇ ਸੀ ਇਹਨਾਂ ਨੇ। ਗੱਲ ਇਹ ਆ, ਹੁਣ ਲੱਗੇ ਤਾਂ ਹੋਏ ਆ, ਜੇ ਲੱਗੇ ਰਹਾਂਗੇ, ਜੇ ਛੱਡ ਗਏ ਹੁੰਦੇ ਤਾਂ ਸਾਰੇ ਗਏ ਸੀ ਹੁਣ ਤੱਕ। ਜੇ ਉਹਦੀਆਂ ਕੇਸ ਛੱਡਤੇ ਹੁੰਦੇ ਫਿਰ ਤਾਂ ਸੱਜਣ ਵੀ ਪਾਰਲੀਮੈਂਟ 'ਚ ਬੈਠਾ ਹੋਣਾ ਸੀ, ਟਾਈਟਲ ਵੀ ਪਾਰਲੀਮੈਂਟ 'ਚ ਬੈਠਾ ਹੋਣਾ ਸੀ, ਫਿਰ ਤਾਂ ਸਾਰੇ ਪਾਰਲੀਮੈਂਟ 'ਚ ਬੈਠੇ ਹੁੰਦੇ। ਤੇ ਉਹਦੇ ਲੱਗੇ होए हैं तो उसी करके है ना। लेकिन आपसी आरोप भी जो है एक दूसरे सिखों पर लगते हैं कि इसने जो है सुलह मशवरा जो है आपस में करवा। देखो ये तो तुसी इतिहास देख लो, 1995-96 ਦੇ ਵਿੱਚ ਤਨਖਈਆ ਡਿਕਲੇਅਰ ਕੀਤਾ, ਉਹ ਜਾ ਕੇ ਇਤਿਹਾਸ ਦੇਖ ਲਓ, ਤੁਹਾਨੂੰ ਆਪਣੇ ਪਤਾ ਚੱਲ ਜੂਗਾ। लेकिन वो लोग आपके ऊपर भी आरोप लगाते हैं। ਉਹ ਲਗਾਉਣਗੇ, ਲਗਾਈ ਜਾਂਦੇ ਉਹਨਾਂ ਨੂੰ। ਮੈਂ ਉਹਨਾਂ ਦੇ ਕੇਸ, ਹਾਂ ਠੀਕ ਆ, ਵਕੀਲ ਦਾ ਕੰਮ ਹੁੰਦਾ ਆਪਣੇ ਕਲਾਇੰਟ ਦਾ ਕੇਸ ਲੜਨਾ, ਫੀਸਾਂ ਲੈ ਕੇ ਲੜਨਾ,
ਮੈਂ ਫੀਸਾਂ ਨਹੀਂ ਲੈਂਦਾ, ਬਿਨਾਂ ਫੀਸਾਂ ਤੋਂ ਲੜਦਾ। ਪਰ ਮੈਂ ਕੇਸ ਤਾਂ ਉਹਦਾ ਲੜ ਸਕਦਾ ਨਾ ਜਿਹੜਾ ਮੇਰੇ ਕੋਲ ਆਉਂਦਾ, ਜਿਹੜਾ ਮਤਲਬ ਕਿ ਜਿਹੜੇ ਮੇਰੇ ਕੋਲ ਆਉਂਦੇ ਹੀ ਨਹੀਂ ਉਹਨਾਂ ਦਾ ਮੈਂ ਕੇਸ ਕਿੱਥੋਂ ਲੜੂੰਗਾ, ਕਿਵੇਂ ਕਰੂੰਗਾ? ਜਿਹੜੇ ਮੇਰੇ ਕੋਲ ਆਉਂਦੇ ਆ ਉਹਨਾਂ ਦਾ ਕੇਸ ਮੈਂ ਲੜ ਰਿਹਾ। ਜਿਹੜੇ ਮੇਰੇ ਕੋਲ ਹਨ ਉਹਨਾਂ ਦਾ ਕੇਸ ਪੂਰੇ ਜ਼ੋਰਾਂ ਦੇ ਨਾਲ ਲੜੀਦਾ, ਔਰ ਜਿਹੜਾ ਕੋਈ ਆਊਗਾ ਉਹਦਾ ਲੜਾਂਗੇ। ਤੇ ਇਹ ਤਾਂ ਹੁਣ ਉਹਨਾਂ ਜੇਲ੍ਹ 'ਚ ਮੈਂ ਥੋੜ੍ਹਾ ਭੇਜਣਾ, ਮੈਂ ਤਾਂ ਆਪਣੇ ਨੂੰ ਪੂਰਾ ਜ਼ੋਰ ਲਗਾਉਣਾ। ਜਿਹੜਾ ਕਲਾਇੰਟ ਮੇਰੇ ਕੋਲ ਆ ਗਿਆ, ਜਿਹੜਾ ਕੋਈ ਪੀੜਤ ਮੇਰੇ ਕੋਲ ਆ ਗਿਆ, ਉਹਦੇ ਕੇਸ 'ਤੇ ਪੂਰਾ ਜ਼ੋਰ ਲਗਾਣਾ कि इस ਨੂੰ इंसाफ मिले। इन केसों को लगातार आप लड़ रहे हैं, कभी नर्वस भी हुए इन केसों में, कभी कोर्ट में कि यार मैं नहीं कर पा रहा हूँ मैं? नहीं, ਹੁਣ 40 ਸਾਲ ਹੋ ਗਏ, ਅੱਜ ਨਰਵਸ ਹੁੰਦੇ ਤਾਂ ਕੌਣ ਦੇ ਛੱਡ ਜਾਂਦੇ, 40 ਸਾਲ ਹੋਣ ਲੱਗੇ ਆ। पहले हुआ है ऐसा कभी आपको स्टार्टिंग में जब केसों को इनको याद हो आपको? कभी नहीं हुआ। बल्कि ਜਦੋਂ ਵੀ ਸਮਾਂ ਕੋ ਕੇਸ ਹਾਰਦੇ ਸੀ ਨਾ, ਦਾਦਰ ਉਹਦੇ ਨਾਲ ਹੋਰ એનર્ਜੀ ਆਉਂਦੀ ਸੀ ਕਿ ਹੋਰ ਵਿਗਰਸੀ ਲੜੀਏ, ਹੋਰ ਜ਼ੋਰ ਨਾਲ ਲੜੀਏ। ਉਹ ਰਾਜਾ ਆਪਣੇ ਕਹਿੰਦਾ ਜੀ ਮੈਂ ਤਾਂ ਕਿਸੇ ਸੁਣਿਆ ਨਹੀਂ, ਤੂੰ ਪੜ੍ਹ ਲੈ ਭਾਈ, ਤੂੰ ਪ੍ਰੈਜ਼ੀਡੈਂਟ ਆ, ਪਾਰਟੀ ਦਾ ਪ੍ਰੈਜ਼ੀਡੈਂਟ ਆ, ਸਟੇਟ ਦਾ ਪ੍ਰਧਾਨ ਆ, ਤੇ ਇਹੋ ਜਿਹੇ ਬਿਆਨ ਦੇਣ ਤੋਂ ਬਾਅਦ ਮਤਲਬ ਕਿ ਤੂੰ ਪਹਿਲਾਂ ਤੂੰ ਪੜ੍ਹ ਲੈ, ਜਿਹੜਾ ਦੇਖ ਲੈ ਕਿ ਮੇਰੇ ਧਿਆਨ ਤਾਂ ਆਏ ਨੇ, ਤੂੰ ਧਿਆਨ ਵਿੱਚ ਕੋਈ ਪੜ੍ਹੇਗਾ ਤਾਂ ਪਤਾ ਚੱਲੂਗਾ ਨਾ। 2 ਨਵੰਬਰ 1984 ਨੂੰ ਇੰਡੀਅਨ ਐਕਸਪ੍ਰੈਸ ਦੇ ਫਰੰਟ ਪੇਜ ਤੇ ਆਇਆ।